निहाल। वाहिगुरु जी का खालसा वाहिगुरु जी की फतेह। प्रोग्राम गूंजा सिख विरसे दियां विच तुहाडा स्वागत है। कोरोना महामारी दौरान दिल्ली सिख गुरुद्वारा प्रबंधक कमेटी वालों 1 महीने तो रोजाना ही लगभग 1 लाख तो ज्यादा लोड़वंद ਅਤੇ ਗਰੀਬਾਂ तक लंगर पहुंचाउण ਦੀ सेवा की जा रही है। इस सेवा ਨੂੰ ਧਿਆਨ ਵਿੱਚ ਰੱਖਦੇ ਹੋਏ दिल्ली पुलिस कमिश्नर ਦੀ ਅਗਵਾਈ ਵਿੱਚ पुलिस ਦੇ ਮੁਲਾਜ਼ਮਾਂ ਨੇ ਗੱਡੀਆਂ ਅਤੇ ਮੋਟਰਸਾਈਕਲਾਂ ਦੇ ਰਾਹੀਂ ਇਤਿਹਾਸਿਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਪ੍ਰਕਰਮਾ ਕੀਤੀ। ਦਿੱਲੀ ਪੁਲਿਸ ਵੱਲੋਂ ਇਹ ਪ੍ਰਕਰਮਾ ਮਨੁੱਖਤਾ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਦਿੱਲੀ ਕਮੇਟੀ ਅਤੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਨ ਲਈ ਕੀਤੀ ਗਈ। ਇੱਕ ਵਿਲੱਖਣ ਕਦਮ ਚੁੱਕਦਿਆਂ ਦਿੱਲੀ ਪੁਲਿਸ ਨੇ ਕੋਰੋਨਾ ਖਿਲਾਫ ਜੰਗ ਵਿੱਚ ਸਿੱਖ ਭਾਈਚਾਰੇ ਵਿਸ਼ੇਸ਼ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਲਈ ਧੰਨਵਾਦ ਕੀਤਾ ਹੈ ਤੇ ਇਸ ਵਾਸਤੇ ਦਿੱਲੀ ਪੁਲਿਸ ਦੀ ਟੀਮ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਆਲੇ ਦੁਆਲੇ ਸਾਇਰਨ ਵਜਾਉਂਦਿਆਂ ਪ੍ਰਕਰਮਾ ਕੀਤੀ ਗਈ। ਇਹ ਪ੍ਰਕਰਮਾ ਸਿੱਖ ਭਾਈਚਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਸੰਕਟ ਦੌਰਾਨ ਮਨੁੱਖਤਾ ਵਾਸਤੇ ਕੀਤੀ ਜਾ ਰਹੀ ਲੰਗਰ ਸੇਵਾ ਤੇ ਮੈਡੀਕਲ ਜਗਤ ਦੇ ਕੰਮਾਂ ਲਈ ਵੱਖ-ਵੱਖ ਸਰਾਵਾਂ ਵਿੱਚ ਥਾਂ ਦੇਣ ਦੇ ਕੀਤੇ ਯਤਨਾਂ ਦਾ ਮਾਨ ਸਨਮਾਨ ਕਰਨ ਵਾਸਤੇ ਕੀਤੀ ਗਈ। ਇਸ ਪ੍ਰਕਰਮਾ ਦੀ ਅਗਵਾਈ ਉੱਤਰੀ ਦਿੱਲੀ ਦੇ ਡੀਸੀਪੀ ਈਸ਼ ਸਿੰਘਲ ਨੇ ਕੀਤੀ ਤੇ ਇਸ ਵਿੱਚ ਪੁਲਿਸ ਦੀਆਂ 35 ਵੈਨਾਂ ਤੇ 60 ਮੋਟਰਸਾਈਕਲ ਸ਼ਾਮਲ ਸਨ। ਡੀਸੀਪੀ ਸਿੰਘਲ ਪਹਿਲਾਂ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਸੰਕਟ ਵੇਲੇ ਲੋੜਵੰਦਾਂ ਤੇ ਗਰੀਬਾਂ ਵਾਸਤੇ ਕੀਤੀ ਜਾ ਰਹੀ ਲੰਗਰ ਸੇਵਾ ਲਈ ਉਸ ਦਾ ਧੰਨਵਾਦ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਪੁਲਿਸ ਵੱਲੋਂ ਚੁੱਕੇ ਇਸ ਵਿਲੱਖਣ ਕਦਮ ਲਈ ਉਸ ਤੋਂ ਪ੍ਰਭਾਵਿਤ ਹੋ ਕੇ ਦਿੱਲੀ ਪੁਲਿਸ ਅਤੇ ਗ੍ਰਹਿ ਮੰਤਰਾਲੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸਿਰਸਾ ਨੇ ਕਿਹਾ ਕਿ ਪ੍ਰਕਰਮਾ ਸਿਰਫ ਮੌਕੇ ਉੱਤੇ ਇੱਕ ਗਤੀਵਿਧੀ ਵਜੋਂ ਨਹੀਂ ਦੇਖੀ ਜਾਣੀ ਚਾਹੀਦੀ, ਬਲਕਿ ਇਹ ਸਿੱਖਾਂ ਵੱਲੋਂ ਦੇਸ਼ ਲਈ ਕੀਤੀ ਜਾ ਰਹੀ ਸੇਵਾ ਦਾ ਦਿੱਲੀ ਪੁਲਿਸ ਵੱਲੋਂ ਕੀਤਾ ਮਾਣ ਸਤਿਕਾਰ ਹੈ। ਉਹਨੇ ਕਿਹਾ ਕਿ ਲੰਗਰ ਦੀ ਜੋ ਸੇਵਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਉਸ ਨੂੰ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਅੱਗੇ ਤੋਰਦਿਆਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਿਛਲੇ 35 ਦਿਨਾਂ ਵਿੱਚ 50 ਲੱਖ ਲੋਕਾਂ ਨੂੰ ਲੰਗਰ ਛਕਾ ਕੇ ਅੱਗੇ ਤੋਰਿਆ ਗਿਆ ਹੈ। ਸਿਰਸਾ ਨੇ ਕਿਹਾ ਕਿ ਇਹ ਲੰਗਰ ਅੱਗੇ ਵੀ ਜਾਰੀ ਰਹੇਗਾ ਭਾਵੇਂ ਜੋ ਮਰਜ਼ੀ ਹੋ ਜਾਵੇ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਦਿੱਲੀ ਪੁਲਿਸ ਵੱਲੋਂ ਕੀਤੀ ਪ੍ਰਕਰਮਾ ਲਈ ਉਸ ਦਾ ਧੰਨਵਾਦ ਕੀਤਾ। ਇੱਥੇ ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਕਡਾਊਨ ਸ਼ੁਰੂ ਹੋਣ ਦੇ ਦਿਨ ਤੋਂ ਆਪਣੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ 1.25 ਲੱਖ ਤੋਂ ਵੱਧ ਲੋਕਾਂ ਲਈ ਰੋਜ਼ਾਨਾ ਲੰਗਰ ਬਣਾ ਕੇ ਸੇਵਾ ਕਰ ਰਹੀ ਹੈ। ਕਮੇਟੀ ਨੇ ਏਮਜ ਰਾਮ ਮਨੋਹਰ ਲੋਹੀਆ ਹਸਪਤਾਲ, ਸਫਦਰਜੰਗ ਹਸਪਤਾਲ ਤੇ ਲੇਡੀ ਹਾਰਡਿੰਗ ਹਸਪਤਾਲ ਦੇ ਡਾਕਟਰਾਂ ਤੇ ਮੈਡੀਕਲ ਸਟਾਫ ਲਈ ਆਪਣੀਆਂ ਸੇਵਾਵਾਂ ਵੀ ਮੁਫਤ 'ਚ ਪ੍ਰਦਾਨ ਕੀਤੀਆਂ ਨੇ। ਸਿਰਸਾ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਮਾਣ ਸਤਿਕਾਰ ਇਸ ਲਈ ਕੀਤਾ ਕਿਉਂਕਿ ਸਿਰਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਹੀਂ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਮਨੁੱਖਤਾ ਲਈ ਵੱਡੀ ਸੇਵਾ ਕੀਤੀ ਜਾ ਰਹੀ ਹੈ। ਨਹੀਂ, ਬਹੁਤ ਸਾਡੇ ਵਾਸਤੇ ਵੀ ਇੱਕ ਬਹੁਤ ਵੱਡਾ ਇੱਕ ਮੈਂ ਕਹੂੰਗਾ ਹਾਰਟਫੈਲਟ ਇੱਕ ਬਹੁਤ ਹੀ ਹਾਰਟ ਵਾਰਮਿੰਗ ਇੱਕ ਗੈਸਚਰ ਆ ਜਿਹਦੇ ਅੰਦਰ ਇੱਕ ਇਨੋਵੇਟਿਵ ਗੈਸਚਰ ਵੀ ਆ ਜਿਹਦੇ ਅੰਦਰ ਜੋ ਸਰਵਿਸਿਜ਼ ਲਗਾਤਾਰ ਮਾਨਵਤਾ ਦੀਆਂ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ, ਉਹ ਜਿਹੜੀਆਂ ਮਾਨਵਤਾ ਦੇ ਪ੍ਰਤੀ ਸਿੱਖ ਜਥੇਬੰਦੀਆਂ ਹੁਣ ਦੇਸ਼ ਭਰ ਦੀਆਂ, ਦੁਨੀਆ ਭਰ ਦੀਆਂ ਜੋ ਉਹ ਸੇਵਾਵਾਂ ਕਰਦੀਆਂ ਪਈਆਂ ਨੇ, ਅੱਜ ਉਸ ਦੇ ਵਾਸਤੇ ਦਿੱਲੀ ਪੁਲਿਸ ਨਵੀਂ ਦਿੱਲੀ ਦੇ ਡੀਸੀਪੀ ਲੀਡ ਕਰ ਰਹੇ ਨੇ ਔਰ ਉਹ ਆਪਣੀ ਬਾਵਰਦੀ ਆਪਣੀ ਗੱਡੀਆਂ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਗਿਰਦ ਜਿਹੜਾ ਹੈ ਉਹ ਪਰਿਕਰਮਾ ਕਰਕੇ ਅਤੇ ਧੰਨਵਾਦ ਕਰ ਰਹੇ ਨੇ ਔਰ 1 ਮਹੀਨਾ ਪੂਰਾ ਹੋਣ 'ਤੇ ਅੱਜ ਉਹਨਾਂ ਨੇ ਇਹ ਤੈਅ ਕੀਤਾ ਕਿ ਉਹ ਅੱਜ ਆ ਕੇ ਇੱਥੇ ਧੰਨਵਾਦ ਕਰਨ ਆਉਣਗੇ ਔਰ ਉਸ ਤੋਂ ਲੰਗਰ 'ਚ ਵੀ ਸੇਵਾ ਕਰਨਗੇ। ਇਸ ਚੀਜ਼ ਦੇ ਜਿੱਥੇ ਸਾਡਾ ਮਨੋਬਲ ਬਹੁਤ ਵਧਾਇਆ ਹੈ ਉੱਥੇ ਦੁਨੀਆ ਭਰ ਦੇ ਲੋਕਾਂ ਦਾ ਜਿਹੜੇ ਕੋਵਿਡ-19 ਦੇ ਖਿਲਾਫ ਲੜਾਈ ਲੜ ਰਹੇ ਨੇ ਉਹਨਾਂ ਦਾ ਮਨੋਬਲ ਨੂੰ ਵੀ ਬਹੁਤ ਵੱਡਾ ਵਧੇਗਾ ਔਰ ਉਹਨਾਂ ਨੂੰ ਸੇਵਾ ਕਰਨ ਦੀ ਹੋਰ ਚਾਅ ਅਤੇ ਉਤਸ਼ਾਹ ਵੀ ਉਹਨਾਂ ਦਾ ਵਧੇਗਾ ਔਰ ਸਾਡੇ ਵਾਸਤੇ ਵੀ ਇਹ ਬਹੁਤ ਵੱਡੀ ਗੱਲ ਹੈ ਕਿ ਸਾਡੀਆਂ ਇਹਨਾਂ ਸਰਵਿਸਿਜ਼ ਨੂੰ ਉਹਨਾਂ ਨੇ ਰਿਕੋਗਨਾਈਜ਼ ਕੀਤਾ ਹੈ। ਜੋ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਅਨੇਕਾਂ ਗੁਰਦੁਆਰਾ ਸਾਹਿਬਾਨਾਂ ਤੋਂ ਇਹ ਜੋ ਸੇਵਾਵਾਂ ਕਰ ਰਹੀਆਂ ਉਸ ਨੂੰ ਰਿਕੋਗਨੀਸ਼ਨ ਜਿਹੜੀ ਮਿਲੀ ਆ ਉਹ ਸਾਡੇ ਵਾਸਤੇ ਵੀ ਇੱਕ ਬਹੁਤ ਵੱਡੀ ਗੱਲ ਆ। ਅਸੀਂ ਵੀ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖਿਆ ਕਿ ਹੁਣ ਕਿਸ ਤਰੀਕੇ ਦੇ ਨਾਲ ਦਿੱਲੀ ਪੁਲਿਸ ਨੇ ਸਾਰੇ ਜਵਾਨਾਂ ਨੇ, ਇਸ ਖਾਸ ਤੌਰ ਤੇ ਡੀਸੀਪੀ ਦਾ ਸੈਂਟਰ ਦਾ ਹੈਗਾ, ਉਹਨਾਂ ਨੇ ਇੱਕ ਆਪਣੀ ਅਕੀਦਾ ਪੇਂਟ ਕਰਨ ਵਾਸਤੇ, ਇੱਕ ਥੈਂਕਸ ਕਰਨ ਵਾਸਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਇਸ ਦਰ ਦੇ ਉੱਤੇ ਬੰਗਲਾ ਸਾਹਿਬ ਦੀ ਚਾਰੋਂ ਪਾਸੇ ਪਰਿਕਰਮਾ ਕੀਤੀ ਔਰ ਪੂਰੀ ਸਿੱਖ ਸਮਾਜ ਨੂੰ ਧੰਨਵਾਦ ਕੀਤਾ ਕਿ ਪਿਛਲੇ 1 ਮਹੀਨੇ ਤੋਂ ਸਵਾ ਮਹੀਨੇ ਤੋਂ ਜਿਹੜੀਆਂ ਲੰਗਰ ਦੀਆਂ ਪ੍ਰਥਾ ਤਕਰੀਬਨ 1.5-2 ਲੱਖ ਬੰਦਿਆਂ ਨੂੰ ਰੋਜ਼ ਲੰਗਰ ਛਕਾਉਣ ਦੀ ਜਿਹੜੀ ਸੰਗਤਾਂ ਦੇ ਮਾਧਿਅਮ ਦੇ ਨਾਲ ਇੱਥੇ ਪ੍ਰਤੀਕਿਰਿਆ ਚੱਲ ਰਹੀ ਹੈ, ਉਹਦਾ ਧੰਨਵਾਦ ਕਰਨ ਵਾਸਤੇ ਇੱਥੇ ਪਹੁੰਚੇ ਔਰ ਇੱਕ ਇਸ ਤਰੀਕੇ ਦੇ ਨਾਲ, ਅਨੋਖੇ ਤਰੀਕੇ ਦੇ ਨਾਲ धन्यवाद किया। देखिए, हम शुक्रगुजार है नई दिल्ली ज़िला पुलिस की तरफ से बंगला साहब के पूरे जब से लॉकडाउन शुरू हुआ इन्होंने बहुत बड़े नंबर्स में रोज़ सेवा की है और हम ये एक हमारी तरफ से छोटा सा जेस्चर है कि हम लोगों ने नई दिल्ली ज़िला पुलिस की तरफ से सायरन बजाते हुए पूरे बंगला साहब की परिक्रमा की और कोरोना वॉरियर्स को थैंक यू किया जिन्होंने ऐसे मुश्किल समय में सब लोगों को जगह जगह खाने की सेवा की है और हम ये चाहते हैं कि ये आगे तक जब तक लॉकडाउन चले ये ऐसा करते रहें।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਨੂੰ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਕਮੇਟੀ ਵੱਲੋਂ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਲੰਗਰ ਹਾਲ ਵਿੱਚ ਰੋਟੀਆਂ ਬਣਾਉਣ ਵਾਲੀ ਮਸ਼ੀਨ ਲਗਾਈ ਗਈ, ਜਿਸ ਦੀ ਵਰਤੋਂ ਨਾਲ ਵੱਡੀ ਗਿਣਤੀ ਵਿੱਚ ਪ੍ਰਸ਼ਾਦੇ ਘੱਟ ਸਮੇਂ ਵਿੱਚ ਤਿਆਰ ਕੀਤੇ ਜਾ ਸਕਦੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਕਮੇਟੀ ਵੱਲੋਂ ਰੋਜੀ ਰੋਟੀ ਤੋਂ ਮੁਤਾਜ ਲੋਕਾਂ ਨੂੰ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਗੁਰਦੁਆਰਾ ਬੰਗਲਾ ਸਾਹਿਬ 'ਚ ਵੱਡੀ ਗਿਣਤੀ ਸੰਗਤ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ। ਇਸੇ ਦੌਰਾਨ ਦਿੱਲੀ ਕਮੇਟੀ ਵੱਲੋਂ ਲੰਗਰ ਹਾਲ 'ਚ ਰੋਟੀਆਂ ਬਣਾਉਣ ਵਾਲੀ ਮਸ਼ੀਨ ਲਗਾਈ ਗਈ ਹੈ, ਜਿਸ ਦੀ ਵਰਤੋਂ ਨਾਲ ਵੱਡੀ ਗਿਣਤੀ ਵਿੱਚ ਪ੍ਰਸ਼ਾਦੇ ਘੱਟ ਸਮੇਂ 'ਚ ਤਿਆਰ ਕੀਤੇ ਜਾ ਰਹੇ ਨੇ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਮੇਟੀ ਵੱਲੋਂ ਵੱਡੀ ਗਿਣਤੀ 'ਚ ਲੋੜਵੰਦਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ ਤੇ ਅੱਗੇ ਵੀ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਦੱਸ ਦਈਏ ਕਿ ਜਿਸ ਦਿਨ ਤੋਂ ਲੋਕਡਾਊਨ ਦਾ ਐਲਾਨ ਹੋਇਆ ਉਸੇ ਦਿਨ ਤੋਂ ਗੁਰਦੁਆਰਾ ਸਾਹਿਬਾਨ ਵੱਲੋਂ ਉਚੇਚੇ ਤੌਰ ਉੱਤੇ ਲੋੜਵੰਦਾਂ ਲਈ ਜ਼ਿਆਦਾ ਮਿਕਦਾਰ 'ਚ ਲੰਗਰ ਤਿਆਰ ਕਰਕੇ ਲੋਕਾਂ ਨੂੰ ਛਕਾਇਆ ਜਾ ਰਿਹਾ ਹੈ। ਅੱਜ ਜੋ ਲੱਖਾਂ ਲੋਕਾਂ ਤਾਈਂ ਰਸਦ ਲੰਗਰ ਇਸ ਗੁਰਦੁਆਰਾ ਸਾਹਿਬ ਦੇ ਮਾਧਿਅਮ ਤੋਂ ਦਿੱਲੀ ਕਮੇਟੀ ਦੇ ਮਾਧਿਅਮ ਤੋਂ ਜਾ ਰਿਹਾ ਹੈ, ਉਹਦੇ 'ਚ ਇਜ਼ਾਫਾ ਕਰਨ ਵਾਸਤੇ ਇੱਕ ਨਵੀਂ ਮਸ਼ੀਨ ਜਿਹੜੀ ਆ ਇੱਥੇ ਲਗਾਈ ਗਈ ਆ। ਇਹ ਮਸ਼ੀਨ ਦੀ ਵੀ ਕਪੈਸਿਟੀ 1 ਘੰਟੇ 'ਚ 1 ਕੁਇੰਟਲ ਆਟਾ ਬਣਾਉਣ ਦੀ, ਲਗਭਗ 4-4.5 ਪ੍ਰਸ਼ਾਦੇ ਬਣਾਉਣ ਦੀ ਆ। ਇਹਦੇ ਨਾਲ ਸਾਡੀ ਸ਼ਮਤਾ ਜਿਹੜੀ ਆ ਹਰ ਗੁਰਦੁਆਰਾ ਘਰ 'ਚ ਅਸੀਂ ਡਬਲ ਕਰ ਰਹੇ ਹਾਂ। ਇੱਕ ਮਸ਼ੀਨ ਆ ਗਈ ਆ, ਹੋਰ ਮਸ਼ੀਨਾਂ ਆਰਡਰ ਕੀਤੀ ਇੱਕ ਹੋਰ, ਔਰ ਉਸ ਤੋਂ ਬਾਅਦ ਅਸੀਂ ਹਰ ਗੁਰੂ ਘਰ 'ਚ ਡਬਲ ਕਪੈਸਿਟੀ ਕਰਨ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਰਹੇ ਹਾਂ, ਕਿਉਂਕਿ ਜਿਹੜੀਆਂ ਛੋਟੀਆਂ ਸੰਸਥਾਵਾਂ ਸੀ ਦਿੱਲੀ ਸਰਕਾਰ ਮੁਤਾਬਕ ਔਰ ਦਿੱਲੀ ਦੀ ਪੁਲਿਸ ਮੁਤਾਬਕ ਉਹ ਛੱਡ ਗਏ ਨੇ ਕੰਮ। ਉਹ ਕਹਿ ਰਹੇ ਹੁਣ ਸਾਡੇ ਤੋਂ ਇਸ ਤੋਂ ਬਾਅਦ ਨਹੀਂ ਚੱਲਿਆ ਜਾਂਦਾ, ਔਰ ਉਹ ਸਾਰਾ ਪ੍ਰੈਸ਼ਰ ਜਿਹੜਾ ਹੁਣ ਅੱਗੇ ਗੁਰੂ ਘਰਾਂ ਤੇ ਆ ਰਿਹਾ ਹੈ, ਤਾਂ ਅਸੀਂ ਆਪਣੇ ਆਪ ਨੂੰ ਐਡੂਕੇਟ ਤਿਆਰ ਕੀਤਾ ਹੈ। ਔਰ ਉੱਥੇ ਮੈਂ ਉਹਨਾਂ ਪਰਿਵਾਰਾਂ ਦਾ ਵੀ ਧੰਨਵਾਦ ਕੀਤਾ ਹੈ, ਆਪਣੇ ਸੇਵਾਦਾਰ ਸਾਹਿਬਾਨਾਂ ਦੇ ਸਰੋਪੇ ਪਾ ਕੇ ਧੰਨਵਾਦ ਕੀਤਾ, ਜਿਨ੍ਹਾਂ ਦੇ ਕਰਕੇ ਇਹ ਪੂਰੀ ਉਪਮਾ ਤੇ ਵਡਿਆਈ ਹੋ ਰਹੀ ਆ। ਦਿੱਲੀ ਪੁਲਿਸ ਆ ਕੇ ਵੰਦਨਾ ਕਰਦੀ ਆ, ਗੁਰੂ ਘਰਾਂ ਦਾ ਧੰਨਵਾਦ ਕਰਦੀ ਆ। ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਹਿੰਦੇ ਨੇ ਸਾਡੇ ਗੁਰਦੁਆਰੇ ਸੇਵਾ ਨਿਭਾ ਰਹੇ ਨੇ। ਇਹ ਸਾਰੇ ਜਿਹੜੇ ਆ ਇਹਦੇ ਪਿੱਛੇ ਸਾਡੇ ਸੇਵਾਦਾਰ ਹੱਕਦਾਰ ਨੇ, ਸਾਡੇ ਲਾਂਗਰੀ ਹੱਕਦਾਰ ਨੇ, ਜਿਨ੍ਹਾਂ ਦੇ ਸਦਕੇ ਇਹ ਸਾਨੂੰ ਮਾਣ ਪ੍ਰਾਪਤ ਹੋ ਰਿਹਾ। ਜਿਵੇਂ ਸਾਨੂੰ ਸੰਗਤ ਨੂੰ ਪਤਾ ਹੈ, ਕਰੋਨਾ ਮਹਾਮਾਰੀ ਦੇ ਵਿੱਚ ਪ੍ਰਧਾਨ ਸਾਹਿਬ ਮਨਜਿੰਦਰ ਸਿੰਘ ਸਿਰਸਾ ਦੇ ਨੇਤਰਤਵ ਵਿੱਚ ਜੋ ਲੰਗਰ ਦੀ ਸੇਵਾ ਚੱਲ ਰਹੀ ਹੈ, ਉਸ ਪ੍ਰੈਕਟਿਸ 'ਚ ਅੱਜ ਇੱਕ ਮਸ਼ੀਨ ਅੱਗੇ ਚੱਲ ਰਹੀ, ਇਸ ਪ੍ਰੇਮੀ ਨੇ ਅੱਜ ਨਵੀਂ ਇੱਕ ਮਸ਼ੀਨ ਲਾ ਦਿੱਤੀ ਤਾਂ ਕਿ ਇਹ ਸੇਵਾ ਨਿਰੰਤਰ ਚੱਲਦੀ ਰਹੇ, ਕਿਉਂਕਿ ਪ੍ਰਸ਼ਾਦੇ ਦੀ ਬਹੁਤ ਡਿਮਾਂਡ ਆ ਰਹੀ ਹੈ। ਬਹੁਤ ਲੰਗਰ ਬਣ ਕੇ ਬਾਰ-ਬਾਰ ਜਾ ਰਿਹਾ ਤੇ ਬਹੁਤ ਹੀ ਡਿਮਾਂਡ ਅੱਗੋਂ ਵੱਧਦੀ ਜਾ ਰਹੀ ਹੈ। ਉਸ ਪ੍ਰੈਕਟਿਸ 'ਚ ਅੱਜ ਇੱਕ ਪ੍ਰੇਮੀ ਨੇ ਮਸ਼ੀਨ ਨਵੀਂ ਲਾ ਕੇ ਦਿੱਤੀ ਹੈ ਤਾਂ ਕਿ ਇਹ ਲੰਗਰ ਦੀ ਜਿਹੜੀ ਵੀ ਘਾਟ ਉਹ ਪੂਰੀ ਹੋ ਸਕੇ। ਅਸੀਂ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ, ਜਿਨ੍ਹਾਂ ਮਿਹਰ ਕੀਤੀ, ਕਿਰਪਾ ਕੀਤੀ, ਸਾਡੇ ਦੇ ਉੱਤੇ ਮਿਹਰ ਦਾ ਹੱਥ ਰੱਖਿਆ ਹੈ ਕਿ ਇਸ ਮਹਾਮਾਰੀ ਦੇ ਔਖੇ ਟਾਈਮ ਦੇ ਉੱਤੇ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਸੇਵਾ ਕਰ ਰਹੇ ਹਾਂ। ਅਸੀਂ ਧੰਨਵਾਦ ਕਰਦੇ ਹਾਂ ਆਪਣੀ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਸਾਨੂੰ ਸੇਵਾ ਬਖਸ਼ੀ ਆ। ਅੱਜ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ। ਸਾਡੇ ਕੋਲ ਪਹਿਲੇ ਇੱਕ ਮਸ਼ੀਨ ਚੱਲ ਰਹੀ ਸੀ, ਅਸੀਂ 40 ਤੋਂ 45 ਹਜ਼ਾਰ ਬੰਦਿਆਂ ਦਾ ਲੰਗਰ ਡੇਲੀ ਤਿਆਰ ਕਰਕੇ ਦੇ ਰਹੇ ਸੀ। ਸਾਡੇ ਕੋਲ ਇਹ ਡਿਮਾਂਡ ਵੱਧਦੀ ਜਾ ਰਹੀ ਹੈ। ਕੱਲ੍ਹ ਤੋਂ ਸਾਡਾ 72,000 ਆਦਮੀਆਂ ਦਾ ਲੰਗਰ ਤਿਆਰ ਹੋ ਕੇ ਜਾ ਰਿਹਾ ਹੈ। ਹੁਣ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਅੱਜ ਇੱਕ ਨਵੀਂ ਮਸ਼ੀਨ ਹੋਰ ਲੱਗ ਚੁੱਕੀ ਆ, ਜਿਹਦੇ ਨਾਲ ਅਸੀਂ ਹੁਣ 1 ਲੱਖ 2 ਲੱਖ 2.5 ਲੱਖ ਆਦਮੀਆਂ ਦਾ ਲੰਗਰ ਡੇਲੀ ਤਿਆਰ ਕਰਕੇ ਜਿੱਥੋਂ ਵੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਿਕੁਆਇਰਮੈਂਟ ਆਏਗੀ ਉੱਥੇ ਤਿਆਰ ਕਰਕੇ ਦੇਵਾਂਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿੱਚ ਸੰਗਤ ਨੂੰ ਸੰਬੋਧਨ ਕੀਤਾ ਅਤੇ ਸੰਗਤ ਨੂੰ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਵੀ ਦਿੱਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸੇ ਤਹਿਤ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੀ ਅੱਗੇ ਹੋ ਕੇ ਹਰ ਕੰਮ ਦੀ ਅਗਵਾਈ ਕਰ ਰਹੇ ਨੇ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਹਰ ਹੀਲੇ ਨਾਲ ਲੋੜਵੰਦਾਂ ਦੀ ਸੇਵਾ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਕਾਰਜ ਲਈ ਸੰਗਤ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇ ਰਹੀ ਹੈ। ਅੱਜ ਇਸ ਲਾਕਡਾਊਨ ਨੂੰ ਲੱਗੇ ਨੂੰ 1 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋਣ ਨੂੰ ਆਇਆ, ਔਰ ਬਹੁਤ ਸਾਰੀ ਦੁਨੀਆ ਦੇ ਅੰਦਰ ਜਿੱਥੇ ਇਸ ਕਰੋਨਾ ਵਾਇਰਸ ਦੇ ਖਿਲਾਫ ਲੜਾਈ ਲੜ ਰਹੇ ਨੇ ਲੋਕ, ਉੱਥੇ ਹੀ ਸਿੱਖ ਜਥੇਬੰਦੀਆਂ ਵੱਲੋਂ ਬਹੁਤ ਮਹਾਨ ਸੇਵਾਵਾਂ 'ਚ ਹਿੱਸਾ ਪਾਇਆ ਜਾ ਰਿਹਾ ਹੈ। ਇਹ ਪਵਿੱਤਰ ਸਥਾਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਵੀ, ਗੁਰਦੁਆਰਾ ਸੀਸਗੰਜ ਸਾਹਿਬ ਤੋਂ ਵੀ, ਬਾਕੀ ਗੁਰੂ ਘਰਾਂ ਤੋਂ ਵੀ ਬਹੁਤ ਵੱਡੀ ਸੇਵਾ ਦੇ ਅੰਦਰ ਹਿੱਸਾ ਪਾਇਆ ਜਾ ਰਿਹਾ। ਇਸ ਮਾਨਵਤਾ ਤੇ ਆਈ ਪੀੜ, ਇਸ ਮਾਨਵਤਾ ਤੇ ਆਈ ਇਹ ਤਰਾਸਦੀ ਦੇ ਵੇਲੇ ਜਿਸ ਤਰੀਕੇ ਦੁਨੀਆ ਭਰ ਦੇ ਸਿੱਖਾਂ ਨੇ ਇੰਨੀਆਂ ਮਹਾਨ ਸੇਵਾ ਗੁਰੂ ਸਾਹਿਬ ਜੀ ਦੀ ਰਹਿਮਤ ਬਖਸ਼ੀ ਸਦਕੇ ਕੀਤੀਆਂ, ਉਸ ਦੇ परिणाम ਸਰੂਪ ਤੁਸੀਂ ਦੇਖਿਆ ਕਿਸ ਤਰੀਕੇ ਦੇਸ਼ ਦੀ ਸਰਕਾਰ ਦਿੱਲੀ ਪੁਲਿਸ ਨੇ ਇਸ ਗੁਰਦੁਆਰਾ ਸਾਹਿਬ ਨੂੰ ਪਰਿਕਰਮਾ ਕਰਕੇ ਸਾਇਰਨ ਨਾਲ ਸਲੂਟ ਦਿੰਦੇ ਹੋਏ ਗੁਰਸਿੱਖਾਂ ਦਾ, ਗੁਰਚਰਨਾ ਕਮਲਾਂ ਦਾ ਧੰਨਵਾਦ ਕੀਤਾ। ਇਸੇ ਤਰੀਕੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ
इस गल की वडियाई की, धन्नवाद किया कि जो इस वेले साडे गुरु घर जिहड़े ने मानवता की सेवा कर रहे ने, वो बहुत ही बधाई दे पात्र ने। मैं धन्नवाद करना चाहुंदा उन्हां सारे ही परिवारां दा जिहड़े देशां विदेशां च इतनी वड्डी इस मानवता की सेवा के वास्ते अपने दसवंध चों हिस्सा पा रहे ने। अनेकां संगतां दा जो भी आप जी इस गुरु घर की सेवा च अपना हिस्सा पा रहे जे, असीं उसकी सारी जानकारी अपनी वैबसाइट पर भी पा रहे हैं। संगत जी, मैं आप जी के चरणों च फिर तो एक बार बेनती करदा है, जिवें भाई साहब ने बहुत बार कहा है और मैं रोज़ ही सुनता ये गल कहते हैं कि दुनिया के अंदर अगर किते लोगों को गुरु चरणों नाल जोड़न का काम किया जाता है, उस अकाल पुरख नाल जोड़न का काम किया जाता है, अपना जीवन काल कितना जीना इस जीवन च आके और किस तरह अपनी माया का दसवंध गुरु चरणों च पाउणा, ये लोगों को सेध श्री दरबार साहब तो मिलती आ, श्री बंगला साहब तो मिलती आ, जिथों रोज़ लखां लोग लाइव टैलीविजन देखते हैं। कोई NGO होवे, कोई होर संस्था होवे, वो भी अपना काम कर रहे हैं, पर उन्हां च भावना कतई हो ही नहीं सकती, क्योंकि जिथे गुरु का नाम आ, इत्थे एक एक सेवादार जिहड़ा है ना, वो भी ये सोच के सेवा नहीं कर रहा हुंदा कि मैं इस गुरु घर का पैसे ते तनख्वाह ते रखिया सेवादार हाँ, नहीं, तां ही उन्हें सेवादार कहा जाता है, क्योंकि उसकी भावना नाल जुड़ी हुंदी आ, उहदा कोई कमर्शियल इंटरस्ट नहीं खाली हुंदा। इस करके वध तो वध जो मानवता की अज सेवा हो रही आ, देश के प्रधानमंत्री ने पिछले 1.5 महीने के अंदर अगर किसी संस्थान का धन्नवाद किया है तो गुरुद्वारा साहब का धन्नवाद किया, जिहदे मानवता का सारे धर्मां के लोगों का विश्वास आ। सो मैं आपके चरणों च फिर तो बेनती करदा है, जेड़े जेड़े लोग भी सानू इस वे सुन रहे जे, अपने दसवंध का हिस्सा जरूर पाओ। एक वेला है, इस वेले मानवता नूं सब तो ज़्यादा लोड़ आ और जरूरत इन्नी वधदी जा रही आ, क्योंकि जिहड़ियां संस्थावां हुण तक काम कर रही सी, उन्हां ते इन्ना लंबा खिंच के ले जाना असंभव हो गया। अजकल रोज़ सरकार वालों ये बार बार संस्थावां वालों अपील आ रही आ कि सानू भी हुण चाहिदा जी लंगर साडे कोल नहीं व्यवस्था रही, असीं वरता सकते हैं पर बना नहीं सकते, साडे कोल स्रोत नहीं रहे। जगह जगह तो असीं कल तो इसनूं होर वड्डे पद्धर ते भी जिथे जिथे भी साडे स्कूल कॉलेज ने और जिथों जिथों भी सरकार दी SDMs दी संस्थावां दी लोड़ पै रही आ, असीं उत्थे उत्थे लंगर बनाउण दा होर वड्डी व्यवस्था कर रहे हैं। साडी कोशिश ये आ कि जो लोगों का विश्वास आ गुरुद्वारा बंगला साहब उत्ते, वो विश्वास जिहड़ा हर घर तक पहुंचना चाहिए है, हर उस जरूरतमंद के मूँह च दाना पैना चाहिए है और दुनिया नूं ये महसूस होना चाहिए है कि गुरुद्वारा साहब की ये मर्यादा और मानता कितनी वड्डी आ। इस घर चों कदी भी किसी चीज़ की थोड़ नहीं पई। अज मानवता की एड्डी वड्डी सेवा निरंतर चल रही आ, पर कोई थोड़ नहीं आ सकती। क्यों? क्योंकि ये गुरु का अपना घर आ, गुरुद्वारा है। इस करके संगत जी, मेरी आप जी के चरणों च बेनती आ, आप भी अपना हिस्सा पाओ, अपने बच्चों को प्रेरो, अपने बच्चों का एक मौका इस नाल जोड़न का। मैं परसों मैं आउण दा सीगा, मैं इत्थे गुरु चरणों च आके हाज़री भरनी सी और मैं उस वेले मैनूं एक फोन आ रहा सी, उन्होंने अपने बच्चे की मैनूं गल दसी कि साडी बेटी 7-8 साल की आ और वो लगातार गुरु चरणों नाल जुड़ी आ, सवेरे शाम कीर्तन भी सरवण करती आ। उसने अपनी गोलक चों तोड़ के पैसे जो दी गोलक सीगे वो तोड़ के पैसे दिते ने, असीं वो वखरे पैसे भेजने ने ते सानूं तुसीं दसो असीं किस खाते च पा सकते हैं। तुसीं देखो अज ये भावना है। हुण वो जिस बच्चे जे अज ये भावना आ गई कि मैं अपनी गोलक की माया तोड़ के ते गुरु चरणों च भेजनी आ, दसो वो कदी सिੱਖੀ सेवकी तो दूर हो सकती है? वो कदी गुरु चरणों तो विछड़ सकती है? कदी नहीं। क्योंकि अज सानू ये भी लोड़ आ कि साडे बच्चों के मन के अंदर ये भावना, ये तरस की भावना, ये सेवा की भावना, ये मानवता की भावना भी पाई जाए। सो जिथे असीं गुरु चरणों च ये अरदास करते हैं, हे मेरे मालिक, ये जो इतनी वड्डी त्रासदी वरत रही आ, इहदे ते ठंड पाओ। गुरु घर सुनने ने, गुरु घर च संगतां तड़पदियां पईयां ने, रोज़ लोग किन्ने ही लोग मैनूं फोन कर कर कहिंदे ने पर साडा वस नहीं चलदा, असीं किसी नूं नहीं परमिशन दवा सकते, पर असीं तुहाडी जेड़े जेड़े लोग कह रहे असीं तुहाडी अरदास जरूर गुरु चरनां च करदे हां, हे परमात्मा छेती इस तो सानूं नजात दिवाओ और फिर तो लोग आके आप जी दे दर ते आके अपना नमस्कार कर सकन, आप जी दा धन्नवाद कर सकन। संगतां दा बहुत बहुत धन्नवाद। विशेष तौर ते साडे लांगरी साहिबानां दा बहुत बहुत धन्नवाद। साडे सेवादार
ਸਾਹਿਬਾਨਾਂ ਦਾ, ਸਾਡੇ ਰਾਗੀ ਸਾਹਿਬਾਨਾਂ ਦਾ, ਸਾਡੇ ਕੀਰਤਨੀਏ ਸਾਹਿਬਾਨਾਂ ਦਾ, ਸਾਡੇ ਗ੍ਰੰਥੀ ਔਰ ਹੈੱਡ ਗ੍ਰੰਥੀ ਸਾਹਿਬਾਨਾਂ ਦਾ ਜਿਹੜੇ ਇੰਨੀ ਸ਼ਰਧਾ ਤੇ ਸਤਿਕਾਰ ਨਾਲ ਸੇਵਾ ਕਰ ਰਹੇ ਆ। ਸਾਡੇ ਜਨਰਲ ਮੈਨੇਜਰ ਸਾਹਿਬ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਹਾਂ, ਸਰਦਾਰ ਧਰਮਿੰਦਰ ਜੀ ਦਾ। ਆਪਣੇ ਹੱਥੀਂ ਵੀ ਮੈਂ ਦੇਖਿਆ ਹੈ ਕਿ ਰਸਦ ਭਰ ਕੇ ਤੇ ਡੱਬਿਆਂ 'ਚ ਪੈਕ ਕਰ, ਥੈਲਿਆਂ 'ਚ ਪੈਕ ਕਰ ਰਹੇ ਹੁੰਦੇ ਨੇ। ਸਾਡੇ ਡਿਪਟੀ GM ਸਾਹਿਬ ਦਾ, ਸਰਦਾਰ ਜਗਮੋਹਨ ਜੀ ਸਾਡੇ ਸੀਨੀਅਰ ਜਨਰਲ ਮੈਨੇਜਰ ਸਾਹਿਬ ਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਸਰਦਾਰ ਪਰਮਿੰਦਰ ਸਿੰਘ ਪਖਨਾ ਜੀ, ਜਿੱਥੇ ਉਹਨਾਂ ਨੇ ਆਪਣੀ ਤਨਖਾਹ ਗੁਰੂ ਚਰਨਾਂ 'ਚ ਪਾਈ, ਇੰਨਾ ਸੀਨੀਅਰ ਅਹੁਦੇ ਤੇ ਬੈਠ ਕੇ ਵੀ ਆਪਣੇ ਹੱਥੀਂ ਉੱਥੇ ਮੈਂ ਦੇਖਦਾ ਰਾਸ਼ਨ ਸਟੋਰ 'ਚ ਪਰਨਾ ਬਣ ਕੇ ਸਵੇਰ ਤੋਂ ਆ ਕੇ ਸੇਵਾ ਕਰਦੇ ਨੇ। ਸਾਡੇ ਡਿਪਟੀ GM ਸਾਹਿਬ, ਸਰਦਾਰ ਬਲਵਿੰਦਰ ਜੀ ਦਾ, ਸਾਡੇ ਸਾਰੇ ਸਰਦਾਰ ਸਤਵਿੰਦਰ ਸੀ, ਜਿੰਨੇ ਵੀ ਮੇਰੇ ਗੁਰਦੁਆਰਾ ਬੰਗਲਾ ਸਾਹਿਬ ਅੰਦਰ, ਗੁਰਦੁਆਰਾ ਸੀਸਗੰਜ ਸਾਹਿਬ ਅੰਦਰ ਸੇਵਾਦਾਰ ਸਾਹਿਬਾਨ ਸੇਵਾ ਕਰ ਰਹੇ ਨੇ, ਮੈਂ ਉਹਨਾਂ ਸਭ ਦਾ ਬਹੁਤ ਬਹੁਤ ਰਿਣੀ ਹਾਂ, ਧੰਨਵਾਦੀ ਹਾਂ। ਤੇ ਸੰਗਤਾਂ ਦਾ ਵੀ ਸਿਰ ਨਵਾ ਕੇ ਆਪ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾ ਕੇ ਮੈਂ ਆਪ ਦਾ ਧੰਨਵਾਦ ਕਰਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਕਡਾਊਨ ਦੌਰਾਨ ਲੋੜਵੰਦਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਕਮੇਟੀ ਦੇ ਸਾਬਕਾ ਮੈਂਬਰ ਰਵਿੰਦਰ ਸਿੰਘ ਖੁਰਾਣਾ ਨੇ ਦਿੱਲੀ ਦੇ ਆਜ਼ਾਦਪੁਰ ਵਿੱਚ ਲੋੜਵੰਦਾਂ ਨੂੰ ਲੰਗਰ ਛਕਾਇਆ। ਇਸ ਮੌਕੇ ਉਹਨਾਂ ਕਿਹਾ ਹੈ ਕਿ ਦਿੱਲੀ ਕਮੇਟੀ ਵੱਲੋਂ ਲਗਾਤਾਰ ਲੋੜਵੰਦ ਲੋਕਾਂ ਨੂੰ 2 ਵੇਲੇ ਦਾ ਪ੍ਰਸ਼ਾਦਾ ਦਿੱਤਾ ਜਾ ਰਿਹਾ ਹੈ, ਜੋ ਕਿ ਇਹ ਸੇਵਾ ਲਗਾਤਾਰ ਜਾਰੀ ਵੀ ਰਹੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਕਡਾਊਨ ਦੌਰਾਨ ਦਿੱਲੀ 'ਚ ਵਸਦੇ ਲੋੜਵੰਦਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਕਮੇਟੀ ਦੇ ਸਾਬਕਾ ਮੈਂਬਰ ਰਵਿੰਦਰ ਸਿੰਘ ਖੁਰਾਣਾ ਨੇ ਦਿੱਲੀ ਦੇ ਆਜ਼ਾਦਪੁਰ 'ਚ ਉਹਨਾਂ ਲੋੜਵੰਦਾਂ ਨੂੰ ਲੰਗਰ ਛਕਾਇਆ ਜੋ ਰੋਜ਼ਾਨਾ ਕਮਾ ਕੇ ਖਾਂਦੇ ਸਨ, ਪਰ ਲਾਕਡਾਊਨ ਕਾਰਨ ਉਹਨਾਂ ਦਾ ਕੰਮਕਾਰ ਛੁੱਟ ਗਿਆ ਸੀ। ਇਸ ਮੌਕੇ ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਲਗਾਤਾਰ ਲੋੜਵੰਦ ਲੋਕਾਂ ਨੂੰ 2 ਵੇਲੇ ਦਾ ਲੰਗਰ ਦਿੱਤਾ ਜਾ ਰਿਹਾ ਹੈ, ਜੋ ਲਗਾਤਾਰ ਜਾਰੀ ਰਹੇਗਾ। ਪਿਛਲੇ 20 ਤਰੀਕ ਤੋਂ ਜਦ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਲਾਕਡਾਊਨ ਦਾ ਐਲਾਨ ਕੀਤਾ ਹੈ, ਜਦੋਂ ਉਹਨਾਂ ਨੇ ਦੇਖਿਆ ਕਿ ਸੰਸਾਰ ਭਰ ਦੇ ਲੋਕ, ਸੰਸਾਰ ਭਰ ਦੇ ਵਾਸੀ ਜੋ ਇੱਕ ਖੌਫ ਦੀ ਜ਼ਿੰਦਗੀ ਜੀ ਰਹੇ ਨੇ, ਔਰ ਪਿਛਲੇ 2-3-4 ਮਹੀਨਿਆਂ ਤੋਂ ਚਾਈਨਾ ਤੋਂ ਸ਼ੁਰੂ ਹੋ ਕੇ ਇਹ ਕਰੋਨਾ ਵਾਇਰਸ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਸ਼ਿਕਾਰ ਬਣਾਇਆ, ਤਕਰੀਬਨ 1,85,000 ਤੋਂ ਉੱਤੇ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ। ਔਰ ਦਿੱਲੀ ਦੇ ਵਿੱਚ ਵੀ, ਔਰ ਮੈਂ ਸਮਝਦਾ ਜੇ ਹਿੰਦੁਸਤਾਨ ਦੇ ਵਿੱਚ ਵੀ ਦੇਖਿਆ ਜਾਏ, ਤਕਰੀਬਨ 700 ਤੋਂ ਉੱਤੇ ਮੌਤਾਂ ਹੋ ਚੁੱਕੀਆਂ ਔਰ 23,000 ਤੋਂ ਉੱਤੇ ਲੋਕਾਂ ਨੂੰ ਕਰੋਨਾ ਵਾਇਰਸ ਸ਼ਿਕਾਰ ਬਣਾ ਚੁੱਕਾ ਹੈ। ਇਸ ਦੇ ਵਿੱਚ ਜਦ ਤੋਂ ਲਾਕਡਾਊਨ ਹੋਇਆ, ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮਿਲ ਕੇ ਅਸੀਂ ਸਾਰੇ ਅਸੀਂ ਲੰਗਰ ਲੱਗ ਰਹੇ ਨੇ, ਰਸਦ ਦਿੱਤੀ ਜਾ ਰਹੀ ਹੈ। ਉਹ ਆਪਣੀ ਤਰ੍ਹਾਂ ਜ਼ਿੰਮੇਵਾਰੀ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦੇ ਸਾਰੇ ਪ੍ਰਬੰਧਕ ਸਰਦਾਰ ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ ਸਾਹਿਬ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਔਰ ਸਾਰੇ ਮੈਂਬਰ ਸਾਹਿਬਾਨ ਆਪਣੇ ਤੌਰ ਦੇ ਉੱਤੇ ਇੱਕ ਜ਼ਿੰਮੇਵਾਰੀ ਨਿਭਾ ਰਹੇ ਨੇ। ਤੇ ਤਕਰੀਬਨ ਅਸੀਂ 17-18 ਦਿਨ ਤੋਂ ਇਹ ਇੱਕ ਲੰਗਰ ਚਲਾਏ ਔਰ ਇੱਥੇ ਬਹੁਤ ਸਾਰਾ ਇਲਾਕਾ, ਜਿਵੇਂ ਲਾਲ ਬਾਗ ਦਾ ਏਰੀਆ ਹੈ, ਝੁੱਗੀ ਝੋਪੜੀ ਬਸਤੀ ਹੈਗੀ ਇੱਥੇ ਸਾਰੀ ਜੀ, ਔਰ ਬਹੁਤ ਸਾਰਾ ਜਿਹੜਾ ਨਾਲ ਦਾ ਏਰੀਆ ਐਸਾ ਹੈਗਾ ਜਿਹੜੇ ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਬੰਦੇ ਨੇ, ਔਰ ਉਹਨਾਂ ਤੱਕ ਅਸੀਂ ਇੱਕ ਸੋਚ ਰੱਖੀਏ ਸਾਰਿਆਂ ਨੇ ਮਿਲ ਕੇ ਕਿ ਹਰ ਜ਼ਰੂਰਤਮੰਦ ਨੂੰ ਉਹਨੂੰ 2 ਵਕਤ ਦਾ ਖਾਣਾ ਜ਼ਰੂਰ ਪਹੁੰਚ ਸਕੇ, ਕਿਉਂਕਿ ਕੋਈ ਕੰਮ ਕਰ ਕਿਧਰੇ ਨਹੀਂ ਰਹੇ, ਬਿਜ਼ਨਸ ਸਭ ਬੰਦ ਹੋਏ, ਦੁਕਾਨਦਾਰੀਆਂ ਸਭ ਬੰਦ ਹੋਈਆਂ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਦਿੱਲੀ ਦੇ ਯਮਨਾ ਖਾਦਰ ਵਿੱਚ ਦਿੱਲੀ ਕਮੇਟੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਸਦ ਵੰਡੀ ਗਈ। ਦਿੱਲੀ ਕਮੇਟੀ ਦੇ ਸੇਵਾਦਾਰ ਕਿਸ਼ਤੀ ਜ਼ਰੀਏ ਇੱਥੇ ਪਹੁੰਚੇ ਅਤੇ 40 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ, ਜਿਸ ਤਹਿਤ ਦਿੱਲੀ ਦੇ ਯਮੁਨਾ ਖਾਦਰ 'ਚ ਦਿੱਲੀ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਸਦ ਵੰਡੀ ਗਈ। ਦਿੱਲੀ ਕਮੇਟੀ ਦੇ ਸੇਵਾਦਾਰ ਕਿਸ਼ਤੀ ਜ਼ਰੀਏ ਇੱਥੇ ਪਹੁੰਚੇ ਅਤੇ 40 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ। ਦੱਸ ਦੇਈਏ ਕਿ ਇਸ ਇਲਾਕੇ 'ਚ ਉਹ ਪਰਿਵਾਰ ਵਸਦੇ ਨੇ ਜੋ ਰੋਜ਼ਾਨਾ ਕਮਾ ਕੇ ਖਾਂਦੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਇਹ ਖਾਦਰ ਜ਼ਿਲ੍ਹਾ ਗਾਉਂ ਹੈ ਔਰ ਦਿੱਲੀ ਗੁਰਦੁਆਰਾ ਕਮੇਟੀ ਨੂੰ ਜਦੋਂ ਪਤਾ ਲੱਗਾ ਕਿ ਇੱਥੇ ਬਹੁਤ ਹੀ ਗਰੀਬ ਲੋਕ ਰਹਿੰਦੇ ਨੇ ਜਿਨ੍ਹਾਂ ਤੱਕ ਅਜੇ ਤੱਕ ਰਾਸ਼ਨ ਨਹੀਂ ਪਹੁੰਚਿਆ, ਇਹ ਕਰੋਨਾ ਵਾਇਰਸ ਵਰਗੀ ਬਿਮਾਰੀ ਜਿਹੜੀ ਮਹਾਮਾਰੀ ਫੈਲੀ ਹੋਈ ਹੈ ਅਤੇ ਪ੍ਰਸ਼ਾਸਨ ਵੱਲੋਂ ਉੱਪਰੋਂ ਲਾਕਡਾਊਨ ਕਰਨ ਕਰਕੇ ਇਹਨਾਂ ਗਰੀਬ ਲੋਕਾਂ ਦਾ ਜਿਹੜਾ ਨਿੱਤ ਦੀ ਰੋਟੀ ਕਮਾ ਕੇ ਖਾਂਦੇ ਸੀ, ਇਹਨਾਂ ਦਾ ਕਾਰੋਬਾਰ ਬਿਲਕੁਲ ਬੰਦ ਹੋ ਗਿਆ। ਇਸ ਇਲਾਕੇ ਦੇ ਜਿਹੜੇ ਵਿਧਾਇਕ ਹੈਗੇ ਆ, ਸਿਸੋਦੀਆ ਜੀ ਹੈਗੇ ਨੇ ਆਪ ਪਾਰਟੀ ਦੇ, ਇਹਨਾਂ ਤੋਂ ਪਤਾ ਲੱਗਾ ਕਿ ਉਹ ਵੀ ਇੱਥੇ ਅਜੇ ਤੱਕ ਇਹਨਾਂ ਦਾ ਪਤਾ ਨਹੀਂ ਲੈਣ ਆਏ। ਵੋਟਾਂ ਜ਼ਰੂਰ ਲੈਣ ਆ ਜਾਂਦੇ ਆ, ਲੇਕਿਨ ਇਹਨਾਂ ਦਾ ਅਜੇ ਤੱਕ ਇਹਨਾਂ ਦੀ ਹੈਲਪ ਤੱਕ ਨਹੀਂ ਲੈਣ ਆਏ। ਜਦੋਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਪਤਾ ਲੱਗਾ, ਸਰਦਾਰ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਦਾਰ ਹਰਮੀਤ ਸਿੰਘ ਕਾਲਕਾ ਜਨਰਲ ਸੈਕਟਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਗਰੀਬ ਲੋਕ ਰਹਿ ਰਹੇ ਆ ਤੇ ਇੱਕ ਰੋਟੀ ਤੋਂ ਮੁਹਤਾਜ ਹੋਏ ਪਏ ਆ, ਇਹਨਾਂ ਕੋਲ ਕੋਈ ਹੈਲਪ ਤੱਕ ਨਹੀਂ ਪਹੁੰਚੀ, ਉਹਨਾਂ ਨੇ ਆਪ ਸਾਡੀਆਂ ਡਿਊਟੀਆਂ ਲਗਾ ਕੇ ਇਹ ਰਾਸ਼ਨ ਦੀਆਂ ਕਿੱਟਾਂ ਜਿਹੜੀਆਂ ਅੱਜ ਇਹਨਾਂ ਨੂੰ ਦਿੱਤੀਆਂ ਆ, ਜਿਨ੍ਹਾਂ ਵਿੱਚ ਆਟਾ, ਚਾਵਲ ਤੇ ਦਾਲ ਹੈਗੀ ਆ, ਤਾਂ ਜੋ ਇਹ ਖਾ ਕੇ ਇਹ ਜਿਹੜੀ ਅੱਜ ਮਹਾਮਾਰੀ ਫੈਲੀ ਆ ਉਹਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਦੇਣਗੇ। ਅੱਗੇ ਤੋਂ ਵੀ ਹੈਲਪ ਇਹਨਾਂ ਦੀ ਜਾਰੀ ਰਹੇਗੀ, ਕੋਈ ਪਿੱਛੇ ਨਹੀਂ ਹਟੇਗਾ। ਸਭ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਨੇ ਇਹਨਾਂ ਦੀ ਹੈਲਪ ਆਣ ਕੇ ਦਿੱਤੀ ਆ ਅਤੇ ਇਹਨਾਂ ਦਾ ਹਾਲ ਚਾਲ ਪੁੱਛਿਆ ਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਕਮੇਟੀ ਅਧੀਨ ਚਲਾਏ ਜਾ ਰਹੇ ਸਕੂਲਾਂ ਦੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਟਾਫ ਵੈਲਫੇਅਰ ਐਸੋਸੀਏਸ਼ਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕਮੇਟੀ ਦੇ ਸਕੂਲਾਂ ਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੰਦਿਆਂ ਆਪਣੀਆਂ ਤਨਖਾਹਾਂ ਬਾਬਤ ਬਿਊਰਾ ਜਾਰੀ ਕੀਤਾ ਹੈ। ਕਾਲਕਾ ਨੇ ਕਿਹਾ ਕਿ ਕਮੇਟੀ ਸੁਚਾਰੂ ਢੰਗ ਦੇ ਨਾਲ ਹੀ ਸਕੂਲ ਚਲਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਾਏ ਜਾ ਰਹੇ ਸਕੂਲਾਂ ਦੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਟਾਫ ਵੈਲਫੇਅਰ ਐਸੋਸੀਏਸ਼ਨ ਨੇ ਕਮੇਟੀ ਦੇ ਸਕੂਲਾਂ ਉੱਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੰਦਿਆਂ ਆਪਣੀਆਂ ਤਨਖਾਹਾਂ ਬਾਬਤ ਬਿਊਰਾ ਜਾਰੀ ਕੀਤਾ ਹੈ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਸੁਚਾਰੂ ਢੰਗ ਨਾਲ ਸਕੂਲ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦਾ ਸਟਾਫ ਉਨ੍ਹਾਂ ਦਾ ਸਾਥ ਦੇ ਰਿਹਾ ਹੈ, ਜਿਸ ਸਦਕਾ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ ਨੇ। ਮੈਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਟਾਫ ਵੈਲਫੇਅਰ ਐਸੋਸੀਏਸ਼ਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀ ਇਸ ਮਹਾਮਾਰੀ ਦੇ ਸਮੇਂ ਦੇ ਵਿੱਚ ਜਿਹੜਾ ਸਕੂਲਾਂ ਦੀ ਸੈਲਰੀਜ਼ ਨੂੰ ਲੈ ਕੇ ਇਸ਼ੂ ਬਣ ਰਿਹਾ, ਬਹੁਤ ਵੱਡਾ ਇਸ਼ੂ ਇੱਕ ਬਣਾਇਆ ਜਾ ਰਿਹਾ ਹੈ ਮੀਡੀਆ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ, ਔਰ ਟੀਚਰਸ ਨੂੰ ਜਿੱਥੇ ਗੁੰਮਰਾਹ ਕੀਤਾ ਜਾ ਰਿਹਾ ਹੈ ਉੱਥੇ ਚੰਦ ਟੀਚਰਸ ਪੁਰਾਣੇ ਪ੍ਰਬੰਧਕਾਂ ਦੇ ਹੱਥੋਂ ਖੇਡਦੀ ਹੋਈ ਆ ਇਹ ਸਕੂਲਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਗਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਟਾਫ ਵੈਲਫੇਅਰ ਐਸੋਸੀਏਸ਼ਨ ਦੇ ਸਮੂਹ ਟੀਚਰ ਸਾਹਿਬਾਨ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ, ਜਿਹੜੀ ਉਹਨਾਂ ਨੇ ਪਰਸੋਂ ਦੇ ਰੋਜ਼ ਇੱਕ ਪ੍ਰੈਸ ਰਿਲੀਜ਼ ਕੱਢੀ ਜਿਹੜੀ ਕੱਲ ਸਾਡੇ ਕੋਲ ਪਹੁੰਚੀ ਹੈ, ਔਰ ਉਹਦੇ ਵਿੱਚ ਉਹਨਾਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ, ਔਰ ਇਸ ਪ੍ਰੈਸ ਰਿਲੀਜ਼ ਦੇ ਰਾਹੀਂ ਉਹਨਾਂ ਨੇ ਇੱਕ ਇੱਕ ਆંકੜੇ, ਇੱਕ ਇੱਕ ਫਿਗਰਸ ਸਾਹਮਣੇ ਦੱਸੀਆਂ ਔਰ ਡੇਟਾ ਦੱਸਿਆ ਨੇ ਕਿ ਕਿਸ ਟਾਈਮ ਦੇ ਉੱਤੇ ਇਹ 6 ਪੇ ਕਮਿਸ਼ਨ ਲੱਗਿਆ, ਕਿਸ ਤਰੀਕੇ ਦੇ ਨਾਲ ਬੱਚਿਆਂ ਕੋਲੋਂ ਪੈਸੇ ਇਕੱਠੇ ਕੀਤੇ ਗਏ, ਔਰ ਉਸ ਤੋਂ ਬਾਅਦ ਇਹ ਟੀਚਰਸ ਨੂੰ ਤਕਰੀਬਨ 7 ਸਾਲ ਤੱਕ ਇਹ ਏਰੀਅਰ ਨਹੀਂ ਦਿੱਤਾ ਗਿਆ, ਉਹਨਾਂ ਦਾ ਬੰਦਾ ਹੱਕ ਨਹੀਂ ਦਿੱਤਾ ਗਿਆ। ਸੋ ਇਸ ਦੇ ਉੱਤੇ ਜਿੱਥੇ ਟੀਚਰਸ ਨੇ ਸਟੈਂਡ ਲਿਆ ਔਰ ਉਹਨਾਂ ਨੇ ਕਮੇਟੀ ਨੂੰ ਇਸ ਚੀਜ਼ ਦਾ ਐਸ਼ੋਰੈਂਸ ਦਿੱਤੀ ਹੈ ਕਿ ਸਾਡੇ ਨਾਲ ਕੋਆਪਰੇਟ ਕਰਨਗੇ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਕਿਉਂਕਿ ਇਸ ਔਖੇ ਸਮੇਂ ਦੇ ਵਿੱਚ ਜਿੱਥੇ ਸਰਕਾਰਾਂ ਦੀਆਂ ਹਾਲੇ ਪਾਲਿਸੀਜ਼ ਕਲੀਅਰ ਨਹੀਂ ਹੋ ਰਹੀਆਂ ਫੀਸ ਨੂੰ ਲੈ ਕੇ, ਜਿੱਥੇ ਪੇਰੈਂਟਸ ਫੀਸ ਨਹੀਂ ਜਮ੍ਹਾਂ ਕਰਾ ਰਹੇ ਕਿਉਂਕਿ ਉਹਨਾਂ ਦੀ ਆਪਣੀਆਂ ਮਜਬੂਰੀਆਂ, ਇਸ ਸਮੇਂ ਦੇ ਵਿੱਚ ਅਸੀਂ ਸਾਰਿਆਂ ਨੇ ਮਿਲ ਕੇ ਕੋਈ ਨਾ ਕੋਈ ਹੱਲ ਕੱਢਣਾ ਹੈ। ਔਰ ਅਸੀਂ ਜਿੱਥੇ ਬਤੌਰ ਪ੍ਰਬੰਧਕ ਜਿੱਥੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਇਹ ਅਰੇਂਜਮੈਂਟਸ ਕਰ ਰਹੇ ਹਾਂ ਫੰਡਸ ਦੇ, ਉਹਦੇ ਨਾਲ ਨਾਲ ਟੀਚਰਸ ਨੇ ਜਿਹੜਾ ਸਾਨੂੰ ਸਾਥ ਦਿੱਤਾ ਹੈ, ਕੋਆਪਰੇਸ਼ਨ ਦਿੱਤੀ ਹੈ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇੱਕ ਬਹੁਤ ਹੀ ਅਫਸੋਸਜਨਕ ਖਬਰ ਹੋਈ ਕਿ ਸਾਡੇ ਸਟਾਫ ਦਾ ਹੇਮਕੁੰਟ ਸਕੂਲ ਜਿਹੜਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਬ੍ਰਾਂਚ ਹੈ ਉਹਦੇ ਇੱਕ ਟੀਚਰ ਦੀ ਕਿਉਂਕਿ ਪਿਛਲੇ 2-3 ਸਾਲਾਂ ਤੋਂ ਕਿਡਨੀ ਫੇਲਿਅਰ ਦੀ ਵਜ੍ਹਾ ਨਾਲ ਉਹ ਤਕਲੀਫ ਚੱਲ ਰਹੀ ਸੀ, ਟ੍ਰਾਂਸਪਲਾਂਟ ਕਰਾਈ ਸੀ ਉਹਨਾਂ ਨੇ ਕਿਡਨੀ, ਔਰ ਉਸ ਦੇ ਬਾਵਜੂਦ ਵੀ ਉਹ ਪ੍ਰੋਪਰ ਠੀਕ ਨਹੀਂ ਹੋ ਸਕੇ ਔਰ ਉਹਨਾਂ ਦੀ ਇਨ ਦਿਨਾਂ ਦੇ ਵਿੱਚ ਮ੍ਰਿਤਿੂ ਹੋ ਗਈ। ਔਰ ਉਸ ਗੱਲ ਨੂੰ ਵੀ ਪੋਲਿਟਿਸਾਈਜ਼ ਕੀਤਾ ਗਿਆ ਔਰ ਉਸ ਨੂੰ ਇਸ ਕਰੋਨਾ ਦੀ ਮਹਾਮਾਰੀ ਦਾ ਇੱਕ ਹਿੱਸਾ ਬਣਾਇਆ ਗਿਆ ਔਰ ਇਸ ਗੱਲ ਨੂੰ ਕਿਹਾ ਗਿਆ ਕਿ ਇਹ ਪ੍ਰਬੰਧਕਾਂ ਦੀ ਵਜ੍ਹਾ ਨਾਲ ਹੋ ਰਿਹਾ। ਸੋ ਮੈਂ ਸਮਝਦਾ ਕਿ ਜਿਹੜੇ ਲੋਕ ਸਿਆਸਤ ਕਰ ਰਹੇ ਹਨ ਉਹਨਾਂ ਦੀ ਆਪਣੀ ਵਿਵੇਕ ਹੈ, ਆਪਣੀ ਬੁੱਧੀ ਹੈ, ਮਗਰ ਜੋ ਟੀਚਰਸ ਨੂੰ ਇਸ ਗੱਲ ਦੀ ਬੜੀ ਅੱਛੀ ਤਰੀਕੇ ਨਾਲ ਪਤਾ ਹੈ ਕਿ ਜਦ ਤੋਂ ਸਾਡੀ ਕਮੇਟੀ ਆਈ ਹੈ ਹਮੇਸ਼ਾ ਸਟਾਫ ਦਾ ਧਿਆਨ ਰੱਖਿਆ ਗਿਆ ਹੈ ਔਰ ਸਕੂਲਾਂ ਦੀ ਬੈਟਰਮੈਂਟ ਵਾਸਤੇ ਕੰਮ ਕੀਤੇ ਗਏ ਨੇ। ਸੋ ਮੈਂ ਸਾਰੇ ਸਟਾਫ ਦਾ ਜਿਹੜੇ ਇਸ ਐਸੋਸੀਏਸ਼ਨਸ ਦੇ ਮੈਂਬਰ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਹ ਸ਼ੋਰ ਕਰਦਾ ਕਿ ਜਲਦ ਤੋਂ ਜਲਦ ਤੁਹਾਡੀ ਇਹ ਪ੍ਰੋਬਲਮ ਵੀ ਸੌਰਟ ਆਊਟ ਕੀਤੀ ਜਾਏਗੀ ਔਰ ਤੁਹਾਡੇ ਸਹਿਯੋਗ ਜਿਹੜਾ ਤੁਹਾਨੂੰ ਮਿਲ ਰਿਹਾ ਮੈਂ ਉਹਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਅਮਰਪਾਲ ਕੌਰ ਦਾ ਅਚਾਨਕ ਦੇਹਾਂਤ ਹੋ ਗਿਆ। ਉਹ ਕਰੀਬ 60 ਵਰ੍ਹਿਆਂ ਦੇ ਸਨ। ਅਮਰਪਾਲ ਕੌਰ ਪਿੰਗਲਵਾੜਾ ਅੰਮ੍ਰਿਤਸਰ ਪ੍ਰਧਾਨ ਡਾਕਟਰ ਬੀਬੀ ਇੰਦਰਜੀਤ ਕੌਰ ਦੀ ਛੋਟੀ ਭੈਣ ਸਨ। ਉਹ ਸੇਵਾ ਮੁਕਤ ਸਰਕਾਰੀ ਅਧਿਆਪਕ ਸਨ। ਉਹਨਾਂ ਨੇ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਏ। ਉਹਨਾਂ ਦੇ ਦੇਹਾਂਤ ਉੱਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਜੂਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ, ਜੁਆਇੰਟ ਸਕੱਤਰ ਹਰਵਿੰਦਰ ਸਿੰਘ ਕੇਪੀ ਸਮੇਤ ਦਿੱਲੀ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੋ ਅੱਜ ਅਸੀਂ ਵੇਖਿਆ ਦਿੱਲੀ ਪੁਲਿਸ ਨੇ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਰਾਹੀਂ ਲੋੜਵੰਦਾਂ ਦੀ ਕੀਤੀ ਜਾ ਰਹੀ ਸੇਵਾ ਨੂੰ ਸਿਜਦਾ ਕੀਤਾ। ਨਾਲ ਹੀ ਅਸੀਂ ਵੇਖਿਆ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਲੈ ਕੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਸਾਂਝੀ ਕੀਤੀ। ਸੋ ਅੱਜ ਲਈ ਸਿਰਫ ਇੰਨਾ। ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ। ਮੈਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ।